ਕੀ ਕਦੇ ਕਿਸੇ ਨੇ ਸੋਚਿਆ ਹੋ ਸਕਦਾ ਹੈ ਕਿ ਇੱਕ ਘਰ ਵਿੱਚ ਬਣਾਇਆ ਗਿਆ ਸਧਾਰਨ ਜਿਹਾ ਸਪਰੇਅ ਬ੍ਰਹਿਮੰਡ ਦੇ ਵੱਡੇ-ਵੱਡੇ ਸਿਧਾਂਤਾਂ ਨਾਲ ਜੁੜਿਆ ਹੋ ਸਕਦਾ ਹੈ? ਖੈਰ, ਅੱਜ ਦੇ ਇਸ ਵਿਸ਼ਲੇਸ਼ਣ ਵਿੱਚ ਅਸੀਂ ਇੱਕ ਅਜਿਹੇ ਹੀ ਖੋਜ ਪੱਤਰ ਤੇ ਨਜ਼ਰ ਮਾਰ ਰਹੇ ਹਾਂ ਜਿਹੜਾ ਇੱਕ ਆਮ ਜਿਹੇ ਨੁਸਖੇ ਨੂੰ ਇੱਕ ਬਹੁਤ ਹੀ ਵਿਸ਼ਾਲ ਅਤੇ ਬ੍ਰਹਿਮੰਡੀ ਸੋਚ ਨਾਲ ਜੋੜਦਾ ਹੈ। ਤਾਂ ਸਾਡਾ ਸਫ਼ਰ ਸ਼ੁਰੂ ਹੋਵੇਗਾ ਇੱਕ ਸਪਰੇਅ ਦੀ ਵਿਧੀ ਤੋਂ। ਫਿਰ ਅਸੀਂ ਇੱਕ ਥੈਰੇਪੀ ਦੇ ਸਿਧਾਂਤ ਵਿੱਚ ਜਾਵਾਂਗੇ ਅਤੇ ਉੱਥੋਂ ਹੁੰਦੇ ਹੋਏ ਭਾਸ਼ਾ, ਜੈਨੇਟਿਕਸ ਅਤੇ ਇੱਥੋਂ ਤੱਕ ਕਿ ਬ੍ਰਹਿਮੰਡ ਦੇ ਸੰਕਲਪਾਂ ਤੱਕ ਪਹੁੰਚਾਂਗੇ। ਆਓ ਇਸ ਅਨੋਖੇ ਸਫ਼ਰ ਨੂੰ ਇੱਕ-ਇੱਕ ਕਰਕੇ ਸਮਝਦੇ ਹਾਂ। ਤਾਂ ਫਿਰ ਇਹ ਸਾਰਾ ਵਿਸ਼ਾਲ ਸਿਧਾਂਤ ਸ਼ੁਰੂ ਕਿੱਥੋਂ ਹੁੰਦਾ ਹੈ? ਦੇਖੋ, ਕਿਸੇ ਗੁੰਝਲਦਾਰ ਵਿਚਾਰ ਤੋਂ ਨਹੀਂ, ਬਲਕਿ ਇੱਕ ਬਹੁਤ ਹੀ ਸਧਾਰਨ ਅਤੇ ਹੱਥੀਂ ਬਣਾਈ ਜਾਣ ਵਾਲੀ ਚੀਜ਼ ਤੋਂ, ਇੱਕ ਇਮਿਊਨਿਟੀ ਵਧਾਉਣ ਵਾਲੇ ਸਪਰੇਅ ਦੇ ਨੁਸਖੇ ਤੋਂ। ਇਸ ਨੂੰ ਬਣਾਉਣ ਦਾ ਤਰੀਕਾ ਬਹੁਤ ਹੀ ਆਸਾਨ ਹੈ। ਵਿੱਚ ਹੇਜ਼ਲ ਤੇ ਡਿਸਟਿਲਡ ਪਾਣੀ ਦੋਵਾਂ ਨੂੰ ਬਰਾਬਰ ਮਾਤਰਾ ਵਿੱਚ ਮਿਲਾਓ ਤੇ ਫਿਰ ਉਸ ਵਿੱਚ ਯੂਕਲਿਪਟਸ ਤੇਲ ਦੀਆਂ ਕੁਝ ਬੂੰਦਾਂ ਪਾ ਦਿਓ। ਪੱਤਰ ਦੇ ਮੁਤਾਬਿਕ ਇਹ ਮਿਸ਼ਰਣ ਪਸ਼ੂਆਂ ਅਤੇ ਇਨਸਾਨਾਂ ਦੋਵਾਂ ਦੀ ਇਮਿਊਨਿਟੀ ਲਈ ਬਹੁਤ ਵਧੀਆ ਹੈ। ਪਰ ਅਸਲ ਦਿਲਚਸਪੀ ਇਸ ਦੇ ਸਮਾਨ ਵਿੱਚ ਨਹੀਂ, ਬਲਕਿ ਇਸ ਦੇ ਪਿੱਛੇ ਛਿਪੇ ਸਿਧਾਂਤ ਵਿੱਚ ਹੈ। ਤਾਂ ਇੱਕ ਸਧਾਰਨ ਜਿਹੇ ਸਪਰੇਅ ਤੋਂ ਇਹ ਪੱਤਰ ਸਾਨੂੰ ਆਪਣੇ ਪਹਿਲੇ ਵੱਡੇ ਸੰਕਲਪ ਵੱਲ ਲੈ ਕੇ ਜਾਂਦਾ ਹੈ। ਇਸ ਨੂੰ ਟ੍ਰਿਪਲ ਪੁਆਇੰਟ ਥੈਰੇਪੀ ਦਾ ਨਾਮ ਦਿੱਤਾ ਗਿਆ ਹੈ ਅਤੇ ਸਹੀ ਦੱਸਾਂ ਤਾਂ ਇੱਥੋਂ ਹੀ ਚੀਜ਼ਾਂ ਹੋਰ ਵੀ ਜ਼ਿਆਦਾ ਦਿਲਚਸਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਦੇਖੋ, ਇਹ ਕੋਈ ਆਮ ਥੈਰੇਪੀ ਨਹੀਂ ਹੈ। ਪੱਤਰ ਦਾ ਦਾਅਵਾ ਹੈ ਕਿ ਇਹ ਇੱਕ ਕ੍ਰਾਂਤੀਕਾਰੀ ਸਿਸਟਮ ਹੈ ਜਿਹੜਾ ਇਲਾਜ ਦੇ 3 ਬਿਲਕੁਲ ਵੱਖ-ਵੱਖ ਖੇਤਰਾਂ ਐਲੋਪੈਥੀ, ਆਯੁਰਵੇਦ ਅਤੇ ਹੋਮਿਓਪੈਥੀ ਨੂੰ ਇਕੱਠਾ ਕਰਕੇ ਇੱਕ ਸੰਪੂਰਨ ਇਲਾਜ ਬਣਾਉਂਦਾ ਹੈ। ਤੇ ਹੁਣ ਦੇਖੋ ਕਿ ਉਸ ਸਪਰੇਅ ਦੀ ਸਮੱਗਰੀ ਇਸ ਸਿਧਾਂਤ ਨਾਲ ਕਿਵੇਂ ਜੁੜਦੀ ਹੈ। ਵਿਚ ਹੇਜ਼ਲ ਨੂੰ ਐਲੋਪੈਥੀ ਅਤੇ ਆਯੁਰਵੇਦ ਦੇ ਵਿਚਕਾਰ ਇੱਕ ਪੁਲ ਦੀ ਤਰ੍ਹਾਂ ਦੇਖਿਆ ਜਾਂਦਾ ਹੈ। ਹੋਮਿਓਪੈਥੀ ਵਿੱਚ ਵੀ ਇਸ ਦੀ ਆਪਣੀ ਥਾਂ ਹੈ ਅਤੇ ਯੂਕਲਿਪਟਸ ਤੇਲ ਨੂੰ ਇੱਕ ਜ਼ਰੂਰੀ ਤੀਜੇ ਹਿੱਸੇ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਤਿੰਨੋਂ ਚੀਜ਼ਾਂ ਮਿਲ ਕੇ ਟ੍ਰਿਪਲ ਪੁਆਇੰਟ ਬਣਾਉਂਦੀਆਂ ਹਨ। ਹੁਣ ਵਿਗਿਆਨ ਦੀ ਭਾਸ਼ਾ ਵਿੱਚ ਗੱਲ ਕਰੀਏ ਤਾਂ ਵਿਚ ਹੇਜ਼ਲ ਇੱਥੇ ਇੱਕ ਐਮਲਸੀਫਾਇਰ ਦਾ ਕੰਮ ਕਰ ਰਿਹਾ ਹੈ, ਯਾਨੀ ਕਿ ਇਹ ਤੇਲ ਤੇ ਪਾਣੀ ਨੂੰ ਮਿਲਾਉਣ ਵਿੱਚ ਮਦਦ ਕਰਦਾ ਹੈ। ਪਰ ਇਸ ਪੱਤਰ ਲਈ ਇਹ ਸਿਰਫ ਇੱਕ ਰਸਾਇਣਿਕ ਪ੍ਰਕਿਰਿਆ ਨਹੀਂ, ਇਸ ਨੂੰ ਇੱਕ ਖਾਸ ਨਾਮ ਦਿੱਤਾ ਗਿਆ ਹੈ, ਟ੍ਰਾਂਸਲੇਸ਼ਨਲ ਪੜਾਅ, ਅਤੇ ਇਸ ਨੂੰ ਇੱਕ ਅਜਿਹਾ ਬੁਨਿਆਦੀ ਸਿਧਾਂਤ ਬਣਾ ਦਿੱਤਾ ਗਿਆ ਹੈ ਜਿਸ ਤੇ ਪੂਰਾ ਸਿਧਾਂਤ ਟਿਕਿਆ ਹੋਇਆ ਹੈ। ਅਤੇ ਹੁਣ ਇਹ ਪੱਤਰ ਇੱਕ ਬਹੁਤ ਵੱਡੀ ਛਾਲ ਮਾਰਦਾ ਹੈ। ਅਸੀਂ ਦਵਾਈ ਅਤੇ ਥੈਰੇਪੀ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਭੌਤਿਕ ਵਿਗਿਆਨ ਅਤੇ ਜੈਨੇਟਿਕਸ ਦੇ ਖੇਤਰ ਵਿੱਚ ਦਾਖਲ ਹੋ ਰਹੇ ਹਾਂ। ਇਸ ਦੀ ਸ਼ੁਰੂਆਤ ਹੁੰਦੀ ਹੈ ਸਾਈਮੈਟਿਕਸ ਨਾਂ ਦੇ ਇੱਕ ਸੰਕਲਪ ਨਾਲ, ਯਾਨੀ ਕਿ ਧੁਨੀ ਅਤੇ ਕੰਪਨ ਦਾ ਵਿਗਿਆਨ। ਇਸ ਸਾਰੀ ਵਿਚਾਰਧਾਰਾ ਦੇ ਕੇਂਦਰ ਵਿੱਚ ਇੱਕ ਵਿਚਾਰ ਹੈ ਜਿਸ ਨੂੰ ਪੱਤਰ ਫਿਲਸੈਫੋਲੋਜੀ ਕਹਿੰਦਾ ਹੈ। ਇਹ ਇੱਕ ਤਰ੍ਹਾਂ ਦਾ ਲੇਖਕ ਦਾ ਆਪਣਾ ਹਰ ਚੀਜ਼ ਦਾ ਸਿਧਾਂਤ ਹੈ, ਇੱਕ ਅਜਿਹਾ ਢਾਂਚਾ ਜੋ ਭਾਸ਼ਾ, ਫਿਜ਼ਿਕਸ, ਦਵਾਈ ਅਤੇ ਅਧਿਆਤਮਿਕਤਾ ਵਰਗੇ ਵੱਖ-ਵੱਖ ਵਿਸ਼ਿਆਂ ਨੂੰ ਇੱਕੋ ਹੀ ਲੜੀ ਵਿੱਚ ਪਿਰੋਣ ਦੀ ਕੋਸ਼ਿਸ਼ ਕਰਦਾ ਹੈ। ਇਹ ਇੱਕ ਬਹੁਤ ਵੱਡਾ ਦਾਅਵਾ ਹੈ। ਪੱਤਰ ਦੇ ਅਨੁਸਾਰ ਸਾਈਮੈਟਿਕਸ ਯਾਨੀ ਕਿ ਧੁਨੀ ਅਤੇ ਕੰਪਨ ਦਾ ਅਧਿਐਨ ਸਿਰਫ ਇੱਕ ਦਿਲਚਸਪ ਵਿਸ਼ਾ ਹੀ ਨਹੀਂ, ਬਲਕਿ ਆਧੁਨਿਕ ਦਵਾਈ ਦੀ ਸਫਲਤਾ ਲਈ ਇੱਕ ਬੁਨਿਆਦੀ ਲੋੜ ਹੈ। ਇਸ ਦੇ ਬਿਨਾਂ ਦਵਾਈਆਂ ਅਸਫਲ ਹੋ ਸਕਦੀਆਂ ਹਨ। ਜੈਨੇਟਿਕਸ ਬਾਰੇ ਵੀ ਇਸ ਪੱਤਰ ਦਾ ਨਜ਼ਰੀਆ ਬਹੁਤ ਹੀ ਵੱਖਰਾ ਹੈ। ਇਹ ਕਹਿੰਦਾ ਹੈ ਕਿ ਸਿਰਫ ਇੱਕ ਕਿਸਮ ਦਾ DNA ਨਹੀਂ ਹੈ, ਬਲਕਿ ਵੱਖਰੇ-ਵੱਖਰੇ ਜੀਵਾਂ ਲਈ ਵੱਖਰੇ-ਵੱਖਰੇ ਡਾਇਮੈਂਸ਼ਨਸ ਦੇ DNA ਹਨ। ਜਿਵੇਂ ਕਿ ਇਨਸਾਨਾਂ ਲਈ 4D DNA, ਜਾਨਵਰਾਂ ਲਈ 5D DNA ਅਤੇ ਪੌਦਿਆਂ ਲਈ 11D DNA ਦੀ ਗੱਲ ਕੀਤੀ ਗਈ ਹੈ। ਇਹ ਜੀਵ ਵਿਗਿਆਨ ਦੀ ਮੌਜੂਦਾ ਸਮਝ ਤੋਂ ਬਿਲਕੁਲ ਵੱਖਰਾ ਵਿਚਾਰ ਹੈ। ਜੇ ਵੱਖ-ਵੱਖ DNA ਦਾ ਵਿਚਾਰ ਹੈਰਾਨ ਕਰਨ ਵਾਲਾ ਸੀ, ਤਾਂ ਅਗਲਾ ਕਦਮ ਇਸ ਤੋਂ ਵੀ ਵੱਧ ਅਸਾਧਾਰਨ ਹੈ। ਹੁਣ ਇਹ ਸਿਧਾਂਤ ਸਿਹਤ ਨੂੰ ਸਿੱਧਾ ਭਾਸ਼ਾ ਨਾਲ ਜੋੜ ਰਿਹਾ ਹੈ, ਖਾਸ ਤੌਰ ਤੇ ਗੁਰਮੁਖੀ ਵਰਣਮਾਲਾ ਦੇ ਉਚਾਰਨ ਨਾਲ। ਇਹ ਇਸ ਪੱਤਰ ਦੀ ਇੱਕ ਬਹੁਤ ਹੀ ਕੇਂਦਰੀ ਦਲੀਲ ਹੈ ਕਿ ਗੁਰਮੁਖੀ ਦੇ ਕੁਝ ਖਾਸ ਅੱਖਰਾਂ ਦੇ ਉਚਾਰਨ ਨਾਲ ਸਰੀਰ ਵਿੱਚ ਇੱਕ ਥਰਮਲ ਊਰਜਾ ਪੈਦਾ ਹੁੰਦੀ ਹੈ ਅਤੇ ਦਾਅਵਾ ਇਹ ਹੈ ਕਿ ਜੇ ਕੋਈ ਇਹਨਾਂ ਧੁਨੀਆਂ ਦਾ ਸਹੀ ਉਚਾਰਨ ਨਹੀਂ ਕਰ ਸਕਦਾ ਤਾਂ ਉਸ ਦਾ ਸਰੀਰ ਘਿਓ, ਮੱਖਣ ਵਰਗੇ ਭਾਰੀ ਭੋਜਨ ਨੂੰ ਹਜ਼ਮ ਕਰਨ ਵਿੱਚ ਅਸਮਰੱਥ ਹੋ ਜਾਂਦਾ ਹੈ। ਤੇ ਇਹ ਸਿਰਫ ਬਦਹਜ਼ਮੀ ਦੀ ਗੱਲ ਨਹੀਂ, ਇਹ ਪੱਤਰ ਦਾਅਵਾ ਕਰਦਾ ਹੈ ਕਿ ਗਲਤ ਉਚਾਰਨ ਕਾਰਨ ਪੈਦਾ ਹੋਈ ਥਰਮਲ ਊਰਜਾ ਦੀ ਕਮੀ ਕੈਂਸਰ ਅਤੇ ਏਡਜ਼ ਵਰਗੀਆਂ ਕਈ ਗੰਭੀਰ ਬਿਮਾਰੀਆਂ ਦਾ ਅਸਲ ਕਾਰਨ ਹੈ। ਇਹ ਸਿਧਾਂਤ ਦਾ ਦਾਇਰਾ ਇੱਥੇ ਨਹੀਂ ਰੁਕਦਾ। ਅੰਤ ਵਿੱਚ ਇਹ ਪੱਤਰ ਆਪਣੇ ਵਿਚਾਰਾਂ ਨੂੰ ਵਿਅਕਤੀਗਤ ਸਿਹਤ ਤੋਂ ਸਮਾਜਿਕ ਅਤੇ ਰਾਜਨੀਤਿਕ ਪਛਾਣ ਦੇ ਮੁੱਦਿਆਂ ਤੱਕ ਲੈ ਜਾਂਦਾ ਹੈ ਅਤੇ ਇਸ ਦਾ ਕੇਂਦਰ ਭਾਰਤ ਵਿੱਚ ਸਿੱਖ ਭਾਈਚਾਰੇ ਦੀ ਪਛਾਣ ਤੇ ਹੈ।
ਇੱਥੇ ਇੱਕ ਸੰਵੇਦਨਸ਼ੀਲ ਰਾਜਨੀਤਿਕ ਮੁੱਦੇ ਨੂੰ ਇਸ ਪੱਤਰ ਦੇ ਆਪਣੇ ਵਿਲੱਖਣ ਬ੍ਰਹਿਮੰਡੀ ਦ੍ਰਿਸ਼ਟੀਕੋਣ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਵਿੱਚ ਪਛਾਣ ਦੇ ਸੰਕਟ ਦੀ ਗੱਲ ਕੀਤੀ ਗਈ ਹੈ। ਇਹ ਪੱਤਰ ਇਨ੍ਹਾਂ ਪਹਿਚਾਣ ਦੇ ਮੁੱਦਿਆਂ ਨੂੰ ਇਤਿਹਾਸਿਕ ਘਟਨਾਵਾਂ ਨਾਲ ਜੋੜਦਾ ਹੈ ਅਤੇ ਫਿਰ ਇਸ ਦੇ ਆਧਾਰ ਤੇ ਵੱਡੇ ਪੱਧਰ ਤੇ ਸੰਸਥਾਗਤ ਹੱਲ ਵੀ ਪ੍ਰਸਤਾਵਿਤ ਕਰਕੇ ਸਮਾਪਤ ਹੁੰਦਾ ਹੈ। ਇਸ ਤਰ੍ਹਾਂ ਇੱਕ ਬਹੁਤ ਹੀ ਸਧਾਰਨ ਸਪਰੇਅ ਤੋਂ ਸ਼ੁਰੂ ਹੋਇਆ ਸਫ਼ਰ ਭਾਸ਼ਾ, ਬ੍ਰਹਿਮੰਡ ਅਤੇ ਪਹਿਚਾਣ ਦੇ ਵੱਡੇ-ਵੱਡੇ ਸਵਾਲਾਂ ਤੱਕ ਪਹੁੰਚਦਾ ਹੈ। ਇਹ ਸਾਨੂੰ ਇੱਕ ਅਜਿਹੇ ਵਿਸ਼ਵ ਦ੍ਰਿਸ਼ਟੀਕੋਣ ਨਾਲ ਜਾਣੂ ਕਰਵਾਉਂਦਾ ਹੈ ਜੋ ਹਰ ਚੀਜ਼ ਨੂੰ ਇੱਕ ਦੂਜੇ ਨਾਲ ਜੋੜ ਕੇ ਦੇਖਦਾ ਹੈ, ਭਾਵੇਂ ਉਹ ਕਨੈਕਸ਼ਨ ਕਿੰਨੇ ਵੀ ਅਸਧਾਰਨ ਕਿਉਂ ਨਾ ਲੱਗਣ।